सफर मेरी जिंदगी दा, सफर मेरी जिंदगी दा। 8 पैर 64 घड़ी लगा रहे अनुराग, ਹਿਰਦੇ ਪਲਕ ਨਾ ਬਿਸਰੇ ਤਬ ਸਾਚਾ ਬੈਰਾਗ। तो सत श्री अकाल जी, मैं ਤੁਹਾਡਾ ਆਪਣਾ ਹਰਭਜਨ ਹਰੀ ਔਰ ਤੁਸੀਂ ਦੇਖ ਰਹੇ ਹੋ ਜੈ ਮਿਊਜ਼ਿਕ ਸਟੂਡੀਓ ਦਾ ਜੋ ਖਾਸ ਪ੍ਰੋਗਰਾਮ ਹੈ ਸਫ਼ਰ ਮੇਰੀ ਜ਼ਿੰਦਗੀ ਦਾ। ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅੱਜ ਸਟੂਡੀਓ ਦੀ ਬਜਾਏ ਇਹ ਜਿਹੜੀ ਅੱਜ ਦਾ ਜਿਹੜੇ ਇੰਟਰਵਿਊ ਆ ਉਹ ਖੁੱਲ੍ਹੇ ਅਸਮਾਨ ਦੇ ਵਿੱਚ, ਖੁੱਲ੍ਹੀ ਪ੍ਰਕਿਰਤੀ ਵਿੱਚ, ਖੁੱਲ੍ਹੀਆਂ ਫਿਜ਼ਾਵਾਂ ਵਿੱਚ, ਠੰਡੀਆਂ ਹਵਾਵਾਂ ਵਿੱਚ ਕਿਉਂ ਕਰ ਰਹੇ ਹਾਂ। ਇਸ ਦਾ ਇੱਕ ਖਾਸ ਰੀਜ਼ਨ ਇਹ ਹੈ ਜੀ, ਜਿਸ ਸ਼ਖਸੀਅਤ ਦੇ ਨਾਲ ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਜੀ, ਉਹਨਾਂ ਦਾ ਪ੍ਰਕਿਰਤੀ ਦੇ ਨਾਲ ਬਹੁਤ ਜ਼ਿਆਦਾ ਡਾਢਾ ਮੋਹ ਆ। ਉਹ ਨੇਚਰ ਨੂੰ ਬੜਾ ਪਿਆਰ ਕਰਦੇ ਨੇ। ਤੁਸੀਂ ਉਹਦੀਆਂ ਕਾਫੀ ਪੋਸਟਾਂ ਦੇਖੀਆਂ ਹੋਣੀਆਂ ਔਰ ਉਹਨਾਂ ਦੀ ਇੱਕ ਵੈਬਸਾਈਟ ਚੱਲਦੀ ਆ ਪ੍ਰੇ ਫੋਰ ਨੇਚਰ। ਔਰ ਜੋ ਅੱਜ ਸਾਡੇ ਨਾਲ ਆਪਣੀ ਜ਼ਿੰਦਗੀ ਦੇ ਸਫ਼ਰ ਦੀਆਂ ਗੱਲਾਂ ਔਰ ਆਪਣੇ ਮਿਊਜ਼ਿਕ ਦੇ ਸਫ਼ਰ ਦੀਆਂ ਗੱਲਾਂ ਔਰ ਪ੍ਰੇ ਫੋਰ ਨੇਚਰ ਦੀਆਂ ਗੱਲਾਂ ਕਰਨ ਆ ਰਹੇ ਨੇ ਜੀ, ਉਹ ਨੇ ਜੀ ਸਵਾਮੀ ਸ਼ਿਵਮ ਹੰਸ ਜੀ। ਹਾਂਜੀ ਸਵਾਮੀ ਜੀ, ਇਹ ਜੋ ਸਾਡਾ ਨਾ ਜੈ ਮਿਊਜ਼ਿਕ ਸਟੂਡੀਓ ਦਾ ਖਾਸ ਪ੍ਰੋਗਰਾਮ ਆ ਸਫ਼ਰ ਮੇਰੀ ਜ਼ਿੰਦਗੀ ਦਾ, ਤੁਸੀਂ ਉਹਦੇ ਵਿੱਚ ਆਪਣਾ ਬਹੁਤ ਸਾਰਾ ਅੱਜ ਕੀਮਤੀ ਸਮਾਂ ਕੱਢ ਕੇ ਆਏ ਹੋ ਔਰ ਸਾਡੇ ਨਾਲ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਆਪਣੀ ਜ਼ਿੰਦਗੀ ਦੇ ਸਫ਼ਰ ਦੀਆਂ ਗੱਲਾਂ ਔਰ ਆਪਣੇ ਮਿਊਜ਼ਿਕ ਦੇ ਸਫ਼ਰ ਦੀਆਂ ਗੱਲਾਂ ਕਰਨ ਵਾਸਤੇ ਆਏ ਹੋ। ਅਸੀਂ ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਮੈਂ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੀ ਸਾਰੀ ਟੀਮ ਦਾ ਔਰ ਜੈ ਮਿਊਜ਼ਿਕ ਸਟੂਡੀਓ ਦਾ ਔਰ ਖਾਸ ਕਰਕੇ ਹਰਭਜਨ ਜੀ ਤੁਹਾਡਾ ਜੀ। ਥੈਂਕ ਯੂ। ਹਾਂਜੀ ਸਵਾਮੀ ਜੀ, ਆਪਣਾ ਪ੍ਰੋਗਰਾਮ ਦੇ ਜਿਹੜਾ ਸਿਲਸਿਲਾ ਸ਼ੁਰੂ ਕਰੀਏ ਇਸ ਤੋਂ ਪਹਿਲਾਂ ਕਿ ਸਭ ਤੋਂ ਸਾਡਾ ਤੁਹਾਨੂੰ ਪਤਾ ਕਿ ਪਹਿਲੇ 1-2 ਸਵਾਲ ਜਿਹੜੇ ਸਾਡੇ ਉਹ ਪੱਕੇ ਹੁੰਦੇ ਆ ਕਿਉਂਕਿ ਜਿੱਥੋਂ ਸ਼ੁਰੂਆਤ ਹੁੰਦੀ ਹੈ। ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡਾ ਜਿਹੜਾ ਜਨਮ ਆ, ਤੁਹਾਡਾ ਜਿਹੜਾ ਜਨਮ ਸਥਾਨ ਕਿੱਥੇ ਹੈ ਜੀ? ਤੁਹਾਡਾ ਜਿਹੜਾ ਜਨਮ ਕਿੱਥੇ ਹੋਇਆ ਜੀ? ਹਰਭਜਨ ਜੀ, ਮੇਰਾ ਜਨਮ ਸਥਾਨ ਜਲੰਧਰ ਸਿਟੀ ਹੀ ਹੈਗਾ। ਅੱਛਾ ਜੀ। ਔਰ ਬਸਤੀ ਦਾਨਿਸ਼ਮੰਦ ਦਾ ਮੇਰਾ ਜਨਮ ਹੋਇਆ ਹੈਗਾ। ਅੱਛਾ ਜੀ। ਤਾਂ ਜਲੰਧਰ ਦੇ ਵਿੱਚ ਹੀ ਮੇਰਾ ਜਨਮ ਹੈ। ਅੱਛਾ ਜੀ। ਅਤੇ ਆਪਣੀ ਫੈਮਿਲੀ ਵਿੱਚ ਕੌਣ ਕੌਣ ਨੇ ਜੀ? ਫੈਮਿਲੀ 'ਚ ਇਸ ਟਾਈਮ ਮੇਰੇ ਮਦਰ ਫਾਦਰ, ਅੱਛਾ ਜੀ, ਉਹਨਾਂ ਦੀ ਡੈਥ ਹੋ ਗਈ ਹੈ। ਅੱਛਾ ਜੀ। ਤਾਂ ਸਾਡੇ 3 ਬੱਚੇ। ਅੱਛਾ ਜੀ। ਔਰ ਮੇਰੀ ਵਾਈਫ ਔਰ ਮੈਂ। ਅੱਛਾ ਜੀ। ਅਤੇ ਜਿਹੜੀ ਤੁਹਾਡੀ ਜਿਹੜੀ ਮੁੱਢਲੀ ਪੜ੍ਹਾਈ ਹੈ, ਜਿਹੜੀ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ, ਇਹ ਤੁਸੀਂ ਕਿੱਥੋਂ ਤੱਕ ਪੜ੍ਹੇ ਆ ਸਮਝੀ? ਮੈਂ ਜੀ ਮੈਟ੍ਰਿਕ ਤੱਕ ਆਪਣੀ ਪੜ੍ਹਾਈ ਕੀਤੀ ਹੈਗੀ ਆ, ਜੋ ਕਿ ਕੁਛ ਵਿਸ਼ਾਖਾਪਟਨਮ, ਅੱਛਾ ਜੀ, ਉਸ ਦੇ ਬਾਅਦ ਮੁੰਬਈ ਦੇ ਬਾਅਦ ਫਿਰ ਜਲੰਧਰ ਦੇ ਵਿੱਚ ਮੇਰੀ ਪੜ੍ਹਾਈ ਹੋਈ। ਅਤੇ ਇਹ ਜਿਹੜਾ ਤੁਹਾਡਾ ਜਨਮ ਸਥਾਨ ਹੈ ਉਹ ਜਲੰਧਰ ਦਾ ਵਾ, ਅਤੇ ਫਿਰ ਜਿਹੜਾ ਪੜ੍ਹਾਈ ਦਾ ਸਿਲਸਿਲਾ ਜਿਹੜਾ ਵਿਸ਼ਾਖਾਪਟਨਮ ਵਿੱਚ, ਬੰਬਈ ਵਿੱਚ, ਇਸ ਦਾ ਕੀ ਰੀਜ਼ਨ ਹੈ ਜੀ? ਇਸ ਦਾ ਕੀ ਕਾਰਨ ਹੈ? ਇਸ ਦਾ ਕਾਰਨ ਹਰਭਜਨ ਜੀ ਕਿ ਮੇਰੇ ਫਾਦਰ ਜੋ ਸੀਗੇ ਉਹ ਨੇਵੀ ਦੇ ਵਿੱਚ ਸੀਗੇ। ਅੱਛਾ ਜੀ। ਤਾਂ ਨੇਵੀ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਪੋਸਟਿੰਗ ਥੋੜ੍ਹੇ ਸਮਾਂ ਦੇ ਵਿੱਚ ਚੇਂਜ ਹੁੰਦੀ ਰਹਿੰਦੀ ਸੀਗੀ। ਅੱਛਾ ਜੀ। ਤਾਂ ਚੇਂਜ ਹੋਣ ਦੇ ਕਾਰਨ ਕਿ ਜਿੱਥੇ ਜਿੱਥੇ ਉਹਨਾਂ ਦੀ ਪੋਸਟਿੰਗ ਹੁੰਦੀ ਸੀ, ਬਿਲਕੁਲ ਉੱਥੇ ਫਿਰ ਪੜ੍ਹਾਈ ਦਾ ਸਿਲਸਿਲਾ ਚੱਲਦਾ ਰਿਹਾ। ਅੱਛਾ ਜੀ। ਅਤੇ ਫਿਰ ਜਿਹੜਾ ਆਪਣਾ ਮਿਊਜ਼ਿਕ ਦਾ ਸਫ਼ਰ ਜਿਹੜਾ ਇਹ ਕਦੋਂ ਸ਼ੁਰੂ ਹੋਇਆ? ਇਹ ਕਿੱਦਾਂ ਸ਼ੁਰੂ ਹੋਇਆ? ਮਤਲਬ ਸਕੂਲ ਟਾਈਮ ਤੋਂ ਕਿ ਜਾਂ ਤੁਹਾਡੇ ਮਤਲਬ ਜਿੱਦ ਕਹਿੰਦੇ ਖਾਨਦਾਨੀ ਗਾਇਕ ਜਾਂ ਖਾਨਦਾਨੀ ਇਹ ਕੰਮ ਹੁੰਦਾ, ਮਤਲਬ ਤੁਹਾਡੇ ਖਾਨਦਾਨ ਦੇ ਵਿੱਚ ਵੀ ਪਹਿਲਾਂ ਤੁਹਾਡੇ ਬਜ਼ੁਰਗ, ਤੁਹਾਡੇ ਵੱਡੇ ਵਡੇਰਿਆਂ ਵਿੱਚੋਂ ਇਹ ਕੋਈ ਮਿਊਜ਼ਿਕ ਦਾ ਕੰਮ ਕਰਦਾ ਸੀ ਜਾਂ ਫਿਰ ਤੁਹਾਨੂੰ ਸ਼ੌਂਕ ਪਿਆ ਤੁਸੀਂ ਸ਼ੁਰੂ ਕੀਤਾ ਇਹਦਾ ਜੀ? ਇਹ ਬਹੁਤ ਅੱਛਾ ਪ੍ਰਸ਼ਨ ਕੀਤਾ ਤੁਸੀਂ ਹਰਭਜਨ ਜੀ। ਮੇਰੀ ਫੈਮਿਲੀ ਦੇ ਵਿੱਚ ਮੇਰੇ ਨਾਨਾ ਜੀ ਜੋ ਸੀਗੇ, ਅੱਛਾ ਜੀ, ਉਹ ਯਾਨੀ ਕਿ ਪੱਕੀਆਂ ਭੇਟਾਂ ਗਾਉਂਦੇ ਹੁੰਦੇ ਸੀ, ਜਿਹੜੇ ਜਾਗਰਣ ਵਗੈਰਾ ਕਰਦੇ ਹੁੰਦੇ ਸੀ। ਤਾਂ ਉਹਨਾਂ ਦੇ ਵਿੱਚ ਉਹਨਾਂ ਦਾ ਕਾਫੀ ਨਾਮ ਸੀਗਾ। ਔਰ ਉਸ ਦੇ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਵੀ ਗਾਉਂਦੇ ਹੋਏ ਵੇਖਿਆ ਹੈ। ਅੱਛਾ ਜੀ। ਜਦੋਂ ਕੋਈ ਨੇਵੀ ਦੇ ਵਿੱਚ ਐਨੂਅਲ ਫੰਕਸ਼ਨ ਵਗੈਰਾ ਹੁੰਦਾ ਸੀਗਾ ਤਾਂ ਮੈਂ ਸਪੈਸ਼ਲੀ ਉਹਨਾਂ ਦੇ ਨਾਲ ਜਾਂਦਾ ਹੁੰਦਾ ਸੀ। ਤਾਂ ਉਸ ਦੇ ਵਿੱਚ ਮੈਂ ਉਹਨਾਂ ਨੂੰ ਗਾਉਂਦੇ ਹੋਏ ਦੇਖਿਆ, ਤਾਂ ਉੱਥੋਂ ਮੈਂ ਦੇਖ ਕੇ ਮੇਰਾ ਵੀ ਮਨ ਕੀਤਾ ਕਿ ਮੈਂ ਵੀ ਸ਼ੁਰੂ ਕਰਾਂ ਗਾਉਣ ਵਾਸਤੇ। ਮਤਲਬ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਆਪਣਾ ਆਈਡਲ ਮੰਨਦੇ ਆ, ਤੁਸੀਂ ਉਹਨਾਂ ਨੂੰ ਕਾਫੀ ਵਾਰੀ ਨੇਵੀ ਸੁਣਿਆ, ਅਤੇ ਉਹ ਕਿਹੜਾ ਸੌਂਗ ਉਹ ਗਾਉਂਦੇ ਹੁੰਦੇ ਸੀ? ਤੁਹਾਨੂੰ ਯਾਦ ਆ ਜੀ ਉਹ ਕਿਹੜੇ ਸੌਂਗ ਗਾਉਂਦੇ ਨੇ ਨੇਵੀ ਫਾਦਰ ਸਾਹਿਬ? ਉਸ ਟਾਈਮ ਬੜੇ ਓਲਡ ਸੌਂਗਸ ਚੱਲਦੇ ਹੁੰਦੇ ਸੀਗੇ। ਤਾਂ ਮੈਨੂੰ ਇੱਕ ਹਲਕਾ ਜਿਹਾ ਮੰਨਾ ਡੇ ਸਾਹਿਬ ਜੀ ਦਾ ਗਾਇਆ ਹੋਇਆ ਇੱਕ ਬਹੁਤ ਹੀ ਅੱਛਾ ਗੀਤ ਹੈ ਜੋ ਫਾਦਰ ਸਾਹਿਬ ਗਾਉਂਦੇ ਹੁੰਦੇ ਸੀਗੇ। ਅੱਛਾ ਜੀ। ਤਾਂ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਔਰ ਦਰਸ਼ਕਾਂ ਨੂੰ ਵੀ ਪਸੰਦ ਆਊਗਾ। ਉਹ ਸੀਗਾ ਕਿ ਜ਼ਿੰਦਗੀ ਦੇਣੇ ਵਾਲੇ ਸੁਨ, तेरी दुनिया से दिल भर गया, मैं यहाँ जीते जी मर गया, जिंदगी देने वाले सुन। अच्छा, वाह वाह वाह, क्या बात।
ਤਾਂ ਸਵਾਮੀ ਜੀ ਹੁਣਾਂ ਨਾਲ ਇਸੇ ਤਰ੍ਹਾਂ ਇਹਨਾਂ ਦੇ ਜ਼ਿੰਦਗੀ ਦੇ ਸਫ਼ਰ ਦੀ ਗੱਲਾਂ, ਇਹਨਾਂ ਦੇ ਮਿਊਜ਼ਿਕ ਦੀਆਂ ਸਫ਼ਰ ਦੀਆਂ ਗੱਲਾਂ ਜਾਰੀ ਰਹਿਣਗੀਆਂ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਦੇਖਦੇ ਰਹੋ ਪ੍ਰੋਗਰਾਮ ਸਫ਼ਰ ਮੇਰੀ ਜ਼ਿੰਦਗੀ ਦਾ। ਸਫ਼ਰ ਮੇਰੀ ਜ਼ਿੰਦਗੀ ਦਾ, ਸਫ਼ਰ ਮੇਰੀ ਜ਼ਿੰਦਗੀ ਦਾ। तो ब्रेक तो बाद एक बार फिर हाज़रा लैके प्रोग्राम सफ़र मेरी ਜ਼ਿੰਦਗੀ ਦਾ। ਹਾਂਜੀ ਸਵਾਮੀ ਜੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਮਿਊਜ਼ਿਕ ਦੇ ਨਾਲ ਫਿਰ ਜਿਹੜਾ ਤੁਹਾਡਾ ਜਿਹੜਾ ਸੀ ਨੇਚਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ। ਮੈਂ ਤੁਹਾਡੀਆਂ ਬਹੁਤ ਪੋਸਟਾਂ ਦੇਖਦੀ ਹਾਂ, ਅੱਛੇ ਮਤਲਬ ਕਹਿ ਸਕਦੇ ਪੌਦਿਆਂ ਦੇ ਨਾਲ, ਬੜੇ ਦਰਖਤਾਂ ਦੇ ਨਾਲ ਔਰ ਨਦੀਆਂ ਦੇ ਨਾਲ, ਹੈ ਨਾ ਜੀ। ਇਹਦਾ ਕੀ ਕਾਰਨ ਆ? ਮਤਲਬ ਤੁਹਾਡਾ ਜਿਹੜਾ ਬਹੁਤ ਜ਼ਿਆਦਾ ਲਗਾਅ ਜਿਹੜਾ ਨੇਚਰ ਦੇ ਨਾਲ, ਇਹ ਕਿੱਦੋਂ ਫਿਰ ਤੁਹਾਨੂੰ ਸ਼ੌਂਕ ਪੈਦਾ ਹੋਇਆ ਜੀ? ਨੇਚਰ ਦਾ ਸ਼ੌਂਕ ਵੈਸੇ ਤਾਂ ਬਚਪਨ ਤੋਂ ਹੀ ਸੀਗਾ। ਅੱਛਾ ਜੀ। ਪਹਾੜਾਂ 'ਚ ਘੁੰਮਣਾ, ਨਦੀਆਂ, ਤਲਾਬ ਦਾ ਬਹੁਤ ਅੱਛਾ ਸੰਯੋਗ ਰਿਹਾ ਕਿ ਉੱਥੇ ਬੈਠੀਏ, ਮੈਡੀਟੇਸ਼ਨ ਕਰੀਏ। ਠੀਕ ਹੈ ਜੀ। ਸ਼ੁਰੂ ਤੋਂ ਹੀ ਪੂਜਾ ਪਾਠ ਔਰ ਇੱਕ ਜੁੜਨ ਦਾ ਲਗਾਵ ਸੀਗਾ ਨੇਚਰ ਦੇ ਨਾਲ। ਅੱਛਾ ਜੀ। ਅੱਗੇ ਜਾ ਕੇ ਸਤਿਗੁਰੂ ਮਿਲੇ ਓਸ਼ੋ ਜੀ। ਅੱਛਾ ਜੀ। ਓਸ਼ੋ ਜੀ ਦੇ ਸਾਨਿਧ ਦੇ ਵਿੱਚ ਜਾ ਕੇ, ਉਹਨਾਂ ਦੇ ਸ਼ਰਨਾਂ 'ਚ ਜਾ ਕੇ ਇੰਟਰਨਲ ਮੈਡੀਟੇਸ਼ਨ ਕੀ ਹੁੰਦੀ ਹੈ, ਕਿਸ ਤਰ੍ਹਾਂ ਜੁੜਿਆ ਜਾ ਸਕਦਾ, ਅੱਛਾ ਜੀ, ਇਸ ਚੀਜ਼ ਦੇ ਉੱਤੇ ਜ਼ਿਆਦਾ ਪ੍ਰੈਕਟਿਸ ਕੀਤੀ। ਅਭਿਆਸ ਕਰਦੇ ਆਪਣੇ ਆਪ ਨੂੰ ਪ੍ਰਕਿਰਤੀ ਦੇ ਨਾਲ ਜੁੜਨ ਦਾ ਇੱਕ ਪੂਰੀ ਤਰ੍ਹਾਂ ਨਾਲ ਇੱਕ ਐਸੀ ਆਕਰਸ਼ਣ ਹੋ ਗਿਆ ਪ੍ਰਕਿਰਤੀ ਦੇ ਨਾਲ ਕਿ ਉਹਦੇ ਨਾਲ ਪੂਰਨਤਾ ਨਾਲ ਜੁੜ ਪਏ। ਹਾਂਜੀ, ਮੈਂ ਦੇਖਿਆ ਕਿ ਤੁਹਾਡਾ ਪ੍ਰੇ ਫੋਰ ਨੇਚਰ ਇੱਕ ਵੈਬਸਾਈਟ ਵੀ ਬਣੀਆਂ, ਤੁਹਾਡੀ ਉੱਤੇ ਕਾਫੀ ਪੋਸਟਾਂ ਆਉਂਦੀਆਂ, ਤੁਸੀਂ ਬੜੇ ਅੱਛੇ ਪੌਦੇ ਲਾਏ ਨੇ, ਵੱਖਰੇ ਕਿਸਮ ਦੇ ਪੌਦੇ ਲਾਏ ਨੇ। ਅਤੇ ਇਹਦਾ ਕੀ ਰੀਜ਼ਨ ਬਣਿਆ ਜਦੋਂ ਮਤਲਬ ਤੁਹਾਨੂੰ ਵੀ ਪ੍ਰੇ ਫੋਰ ਨੇਚਰ ਸ਼ੁਰੂ ਕਰਨ ਦਾ ਇੱਕ ਮਕਸਦ ਸੀਗਾ ਆਪਣਾ ਹਰਭਜਨ ਜੀ? ਅੱਛਾ ਜੀ। ਪ੍ਰੇ ਫੋਰ ਨੇਚਰ ਦਾ ਮਕਸਦ ਇਹ ਹੈ ਕਿ ਅੱਜ ਕੱਲ੍ਹ ਦੇ ਮਾਹੌਲ ਦੇ ਉੱਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਰੋਨਾ ਕਿੰਨਾ ਫੈਲਿਆ ਹੋਇਆ ਹੈਗਾ, ਬਿਮਾਰੀਆਂ ਬਹੁਤ ਲੱਗ ਰਹੀਆਂ, ਹਸਪੀਟਲਸ ਦੇ ਵਿੱਚ ਲੋਕੀ ਬਹੁਤ ਜ਼ਿਆਦਾ ਜਾ ਰਹੇ ਆ। ਉਹਨਾਂ ਨੂੰ ਰਿਲੀਫ ਕਰਨ ਵਾਸਤੇ, ਉਹਨਾਂ ਨੂੰ ਇੱਕ ਤਰ੍ਹਾਂ ਦੀ ਸਿੱਖਿਆ ਦੇਣ ਵਾਸਤੇ ਕਿ ਤੁਸੀਂ ਬਿਮਾਰ ਕਿਉਂ ਹੋਏ ਹੋ, ਉਸ ਦਾ ਕਾਰਨ ਤੁਸੀਂ ਖੁਦ ਹੀ ਹੋ। ਕੋਈ ਤੁਹਾਨੂੰ ਬਿਮਾਰ ਨਹੀਂ ਕਰ ਰਿਹਾ ਹੈਗਾ। ਜਦੋਂ ਅਸੀਂ ਨੇਚਰ ਤੋਂ ਟੁੱਟਦੇ ਹਾਂ, ਨੇਚਰ ਦੇ ਖਿਲਾਫ ਚੱਲਦੇ ਹਾਂ, ਤਾਂ ਅਸੀਂ ਬਿਮਾਰ ਹੁੰਦੇ ਹਾਂ। ਆਪਣੀ ਇੱਕ ਵਾਰੀ ਮਤਲਬ ਪਿੱਛੇ ਜੇ ਆਪਾਂ ਜਦੋਂ ਮਿਲੇ ਸੀ ਤਾਂ ਕਾਫੀ ਗੱਲ ਹੋਈ ਸੀ, ਅਤੇ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਜਿਹੜੇ ਆਪਣੇ ਪੌਦੇ ਨੇ, ਜਿਹੜੇ ਦਰਖਤ ਨੇ, ਉਹਨਾਂ ਨੂੰ ਟੱਚ ਕਰਨ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਹਟ ਜਾਂਦੀਆਂ ਨੇ। ਇਹ ਸੱਚ ਹੈ ਜੀ? ਦਰਅਸਲ ਇਹ ਬਹੁਤ ਹਰਭਜਨ ਜੀ ਪੁਰਾਣੀ ਇੱਕ ਪਰੰਪਰਾ ਹੈ, ਰਿਸ਼ੀ ਮੁਨੀਆਂ ਦੀ ਦਿੱਤੀ ਹੋਈ ਪਰੰਪਰਾ ਹੈ। ਅੱਛਾ ਜੀ। ਪ੍ਰਕਿਰਤੀ ਪੰਜ ਤੱਤਵਾਂ ਨਾਲ ਚੱਲਦੀ ਹੈ। ਹਾਂਜੀ। ਅਗਨੀ, ਜਲ, ਵਾਯੂ, ਪ੍ਰਿਥਵੀ ਤੇ ਆਕਾਸ਼ ਦੇ ਨਾਲ। ਬਿਲਕੁਲ। ਇਹੀ ਪੰਜ ਤੱਤ ਆਪਣੇ ਸਾਰੇ ਸਰੀਰ ਦੇ ਵਿੱਚ ਹੀ ਹੈ। ਸੋ ਜੋ ਬ੍ਰਹਮਾਂਡੇ ਸੋ ਹੀ ਪਿੰਡੇ ਵਾਲਾ ਹਿਸਾਬ ਹੈਗਾ। ਜਿਹੜੀ ਵੀ ਚੀਜ਼ ਸਾਡੇ ਸਰੀਰ ਦੇ ਵਿੱਚ ਸਾਨੂੰ ਕਮੀ ਦੀ ਮਹਿਸੂਸ ਹੁੰਦੀ ਹੈ, ਜਿੱਦਾਂ ਪਾਣੀ ਦੀ, ਆਪਣਾ ਰਕਤ ਦੀ, ਹੈ ਨਾ ਜੀ, ਇੰਦਰੀਆਂ ਦੀ, ਅੰਤੜੀਆਂ ਦੀ, ਜੋ ਵੀ ਚੀਜ਼ ਸਾਨੂੰ ਇਫੈਕਟ ਕਰਦੀਆਂ, ਸਾਡੀ ਖਰਾਬ ਹੁੰਦੀਆਂ ਵਾ, ਉਹ ਅਸੀਂ ਪ੍ਰਕਿਰਤੀ ਦੇ ਨਾਲ ਜੁੜ ਕੇ ਉਹਨੂੰ ਫਿਰ ਤੋਂ ਠੀਕ ਕਰ ਸਕਦੇ ਹਾਂ। ਬਿਲਕੁਲ। ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਟੱਚ ਥੈਰੇਪੀ, ਇਹ ਟੱਚ ਥੈਰੇਪੀ ਇੱਕ ਸਪਰਸ਼ ਹੈਗਾ। ਅੱਛਾ ਜੀ। ਤੁਸੀਂ ਦੇਖਿਆ ਹੋਣਾ ਕਿ ਬੱਚਾ ਜਦੋਂ ਰੋਂਦਾ ਆ ਤਾਂ ਜਦੋਂ ਮਾਂ ਉਹਨੂੰ ਇੱਕ ਵਾਰੀ ਹੱਥ ਲਾਉਂਦੀ ਹੈ ਜਾਂ ਉਹਨੂੰ ਚੁੱਕ ਲੈਂਦੀ ਹੈ ਤਾਂ ਉਹ ਬਿਲਕੁਲ ਅੱਛਾ ਹੋ ਜਾਂਦਾ, ਚੰਗਾ ਹੋ ਜਾਂਦਾ, ਚੁੱਪ ਹੋ ਜਾਂਦਾ। ਅਸੀਂ ਪ੍ਰਕਿਰਤੀ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਾਂ। ਪ੍ਰਕਿਰਤੀ ਸਾਡੇ ਨਾਲ ਜੁੜੀ ਹੋਈ ਹੈ, ਮਗਰ ਅਸੀਂ ਪ੍ਰਕਿਰਤੀ ਤੋਂ ਟੁੱਟਦੇ ਜਾ ਰਹੇ ਹਾਂ। ਉਸ ਟੁੱਟਣ ਦੇ ਕਰਕੇ ਸਾਨੂੰ ਬਿਮਾਰੀਆਂ ਹੁੰਦੀਆਂ। ਔਰ ਤੁਸੀਂ ਕਿਸੇ ਵੀ ਪੇੜ, ਜਿੱਦਾਂ ਪਿੱਪਲ ਹੋ ਗਿਆ, ਬੋਰਡ ਹੋ ਗਿਆ, ਨਿੰਮ ਹੋ ਗਈ, ਇੱਦਾਂ ਦੇ ਮੈਡੀਸਨਸ ਪਲਾਂਟਸ ਕਈ ਹੈਗੇ ਆ ਜਿਨ੍ਹਾਂ ਦੇ ਥੱਲੇ ਬੈਠ ਕੇ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕਦੇ ਹੋ। ਇਹ ਜਿੰਨੇ ਵੀ ਰਿਸ਼ੀ ਮੁਨੀ ਹੋਏ ਆ ਹਰਭਜਨ ਜੀ, ਇਹ ਸਾਰੇ ਕਿਸੇ ਦਰਖਤ ਦੇ ਥੱਲੇ, ਬਿਲਕੁਲ, ਜਿੰਨੇ ਵੀ ਪੀਰ ਪੈਗੰਬਰ ਹੋਏ ਆ, ਇਹ ਸਾਰਿਆਂ ਨੇ ਕੋਈ ਗੁਫਾ ਦੇ ਵਿੱਚ, ਕਿਸੇ ਦਰਖਤ ਦੇ ਥੱਲੇ, ਕਿਸੇ ਪ੍ਰਕਿਰਤੀ ਦੇ ਨਾਲ ਜੁੜ ਕੇ ਹੀ ਉਹਨਾਂ ਨੇ ਆਪਣੇ ਆਪ ਨੂੰ ਪਾਇਆ ਵਾ। ਹੋਰ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਪਿੰਡਾਂ ਦੇ ਵਿੱਚ ਦਰਖਤ ਲੱਗੇ ਹੁੰਦੇ ਸੀਗੇ ਤਾਂ ਥੜਾ ਬਣਿਆ ਹੁੰਦਾ ਸੀਗਾ, ਔਰ ਉੱਥੇ ਲੋਕੀ ਆ ਕੇ ਬੈਠਦੇ ਹੁੰਦੇ ਸੀਗੇ। ਉੱਥੇ ਘੜੇ ਦਾ ਪਾਣੀ ਵੀ ਰੱਖਿਆ ਹੁੰਦਾ ਸੀਗਾ, ਉਹਨੂੰ ਪੀਂਦੇ ਹੁੰਦੇ ਸੀ ਤਾਂ ਕੋਈ ਬਿਮਾਰੀ ਨਹੀਂ ਲੱਗਦੀ ਹੁੰਦੀ ਸੀਗੀ।
ਅਸੀਂ ਪ੍ਰਕਿਰਤੀ ਦੇ ਨਾਲ ਬਹੁਤ ਜੁੜੇ ਹੋਏ ਸੀਗੇ ਔਰ ਕਈ ਤਾਂ ਬਜ਼ੁਰਗ ਉੱਥੇ ਹੀ ਸੋ ਜਾਂਦੇ ਹੁੰਦੇ ਸੀਗੇ। ਹਾਂਜੀ ਹਾਂਜੀ ਉसी ਦਰਖਤ ਦੇ ਥੱਲੇ ਸੋ ਜਾਣਾ, ਆਰਾਮ ਕਰਨਾ, ਰੈਸਟ ਹਾਂਜੀ, ਕਰਨੀ। ਹਾਂਜੀ, ਕਦੀ ਤੁਸੀਂ ਸੁਣਿਆ ਨਹੀਂ ਹੋਣਾ ਕਿ ਕਿਸੇ ਨੂੰ ਕੋਈ ਸੀ ਚੀਜ਼ ਦੀ ਬਿਮਾਰੀ ਲੱਗ ਗਈ ਹੈ ਜਾਂ ਕੁਝ ਬਿਲਕੁਲ, ਹੋ ਗਿਆ। ਬੜੇ ਚੰਗੇ ਭਲੇ ਹਸਟ ਪੁਸ਼ਟ ਸੀਗੇ ਔਰ ਉਹਨਾਂ ਦਾ ਖਾਣ ਪਾਨ ਵੀ ਬਹੁਤ ਵਧੀਆ ਸੀਗਾ। ਬਿਲਕੁਲ, ਬਿਲਕੁਲ। ਯਾਨੀ ਕਿ ਉਹਨਾਂ ਦੀ ਪਾਚਨ ਸ਼ਕਤੀ ਬਹੁਤ ਅੱਛੀ ਹੁੰਦੀ ਸੀ। ਅੱਜ ਦੀ ਸਾਡੀ ਪਾਚਨ ਸ਼ਕਤੀ ਬਿਲਕੁਲ ਖਰਾਬ ਹੁੰਦੀ ਜਾ ਰਹੀ ਹੈ। ਬਿਲਕੁਲ ਟੱਚ ਥੈਰੇਪੀ ਦਾ ਮਤਲਬ ਉਸ ਟਾਈਮ ਉਹ ਬੈਠੇ ਵੀ ਹੁੰਦੇ ਸੀ ਮਗਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਅਸੀਂ ਜੁੜੇ ਹੋਏ ਹਾਂ ਪ੍ਰਕਿਰਤੀ ਦੇ ਨਾਲ। ਅੱਜ ਅਸੀਂ ਏਸੀ ਦੇ ਵਿੱਚ ਬੈਠ ਰਹੇ ਹਾਂ। ਹਾਂਜੀ ਹਾਂਜੀ ਅੱਜ ਅਸੀਂ ਪ੍ਰਕਿਰਤੀ ਤੋਂ ਬਿਲਕੁਲ ਉਲਟ ਚੱਲ ਰਹੇ ਹਾਂ। ਬਿਲਕੁਲ ਸਾਡੀ ਜਿੰਨੀ ਵੀ એનર્ਜੀ ਹੈਗੀ, ਸਾਡਾ ਪਸੀਨਾ ਨਹੀਂ ਆਂਦਾ, ਸਾਨੂੰ ਕਿੰਨੀਆਂ ਪ੍ਰੋਬਲਮਾਂ ਹੁੰਦੀਆਂ। ਅਸੀਂ ਧੁੱਪ ਦੇ ਵਿੱਚ ਚੱਲਣਾ ਨਹੀਂ ਚਾਹੁੰਦੇ ਹੈਗੇ। ਬਿਲਕੁਲ। ਅੱਜ ਸਾਨੂੰ ਧੁੱਪ ਇਦਾਂ ਲੱਗਦੀ ਹੈ ਜਿੱਦਾਂ ਕਿ ਸਾਡੀ ਦੁਸ਼ਮਣ ਹੈ। ਹਾਂਜੀ ਬਿਲਕੁਲ ਹਾਂਜੀ ਇਸ ਕਰਕੇ ਪ੍ਰਕਿਰਤੀ ਤੋਂ ਜਿੰਨਾ ਅਸੀਂ ਟੁੱਟ ਰਹੇ ਹਾਂ, ਪ੍ਰਕਿਰਤੀ ਦੇ ਜਿੰਨੇ ਖਿਲਾਫ ਹੋ ਰਹੇ ਹਾਂ, ਉਨੇ ਹੀ ਅਸੀਂ ਬਿਮਾਰੀਆਂ ਦੇ ਵਿੱਚ ਘਿਰ ਰਹੇ ਹਾਂ। ਟੱਚ ਥੈਰੇਪੀ ਦਾ ਮਤਲਬ ਇਹ ਹੈ ਕਿ ਅਸੀਂ ਲੋਕਾਂ ਨੂੰ ਪ੍ਰੇ ਫੋਰ ਨੇਚਰ ਦੇ ਜ਼ਰੀਏ ਜੋੜਨਾ ਚਾਹੁੰਦੇ ਹਾਂ। ਬਿਲਕੁਲ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਦਰਖਤ ਦੇ ਥੱਲੇ ਬੈਠੋ, ਆਰਾਮ ਕਰੋ, ਕੁਝ ਪਲ ਪ੍ਰਕਿਰਤੀ ਦੇ ਨਾਲ ਰਹੋ। ਬਿਲਕੁਲ ਜੀ। ਇਹ ਸਾਡਾ ਮਿਸ਼ਨ ਹੈ। ਤੋ ਦੋਸਤੋ ਇਸੇ ਤਰ੍ਹਾਂ ਸਵਾਮੀ ਜੀ ਉਹਨਾਂ ਦੇ ਨਾਲ ਇਹਨਾਂ ਦੇ ਜ਼ਿੰਦਗੀ ਦੇ ਸਫ਼ਰ ਦੀਆਂ ਗੱਲਾਂ ਜਾਰੀ ਰਹਿਣਗੀਆਂ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਦੇਖਦੇ ਰਹੋ ਪ੍ਰੋਗਰਾਮ ਸਫ਼ਰ ਮੇਰੀ ਜ਼ਿੰਦਗੀ ਦਾ। ਸਫ਼ਰ ਮੇਰੀ ਜ਼ਿੰਦਗੀ ਦਾ, ਸਫ਼ਰ ਮੇਰੀ ਜ਼ਿੰਦਗੀ ਦਾ। ਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਸਫ਼ਰ ਮੇਰੀ ਜ਼ਿੰਦਗੀ ਦਾ। ਹਾਂਜੀ ਸਵਾਮੀ ਜੀ, ਮੈਂ ਇਹ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਮਤਲਬ ਕਹਿੰਦੇ ਉਹ ਮਤਲਬ ਪੇੜ ਨੂੰ ਟੱਚ ਕਰਨ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਹਟ ਜਾਂਦੀਆਂ। ਇਹ ਉਸ ਤੋਂ ਬਾਅਦ ਫਿਰ ਤੁਸੀਂ ਮਤਲਬ ਤੁਹਾਡੇ ਕੋਲ ਕਾਫੀ ਜ਼ਿਆਦਾ ਫਿਰ ਲੋਕ ਆਉਂਦੇ ਹੋਣਗੇ ਜਿਹੜੇ ਮਾਨਸਿਕ ਪਰੇਸ਼ਾਨੀਆਂ ਲੈ ਕੇ ਜਾਂ ਕੋਈ ਬਿਮਾਰੀਆਂ ਲੈ ਕੇ, ਫਿਰ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਠੀਕ ਕਰਦੇ, ਕਿਸ ਤਰ੍ਹਾਂ ਡੀਲ ਕਰਦੇ ਉਹਨਾਂ ਨੂੰ? ਇਹ ਬਹੁਤ ਅੱਛਾ ਪ੍ਰਸ਼ਨ ਹੈ ਹਰਭਜਨ ਜੀ। ਖਾਸ ਕਰਕੇ ਅੱਜ ਦੀ ਪੀੜ੍ਹੀ ਵਾਸਤੇ ਔਰ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਹਾਂਜੀ। ਉਹਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਨੇਚਰ ਦੇ ਨਾਲ ਸਾਡਾ ਸੰਪਰਕ ਬਿਲਕੁਲ ਟੁੱਟਦਾ ਜਾ ਰਿਹਾ। ਤੁਸੀਂ ਦੇਖਿਆ ਹੋਣਾ ਕਿ ਕਰੋਨਾ ਤਾਂ ਚੱਲ ਹੀ ਰਿਹਾ ਹੈਗਾ। ਹਾਂਜੀ, ਹਾਂਜੀ। ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਬਰਸਾਤ ਹੋਈ ਸੀਗੀ ਔਰ ਹਾਂਜੀ। ਕਾਫੀ ਧੂੜ ਮਿੱਟੀ ਵਗੈਰਾ ਹੋਇਆ ਸੀ। ਪਾਣੀ ਵਿਕਣਾ ਸ਼ੁਰੂ ਹੋ ਗਿਆ ਸੀਗਾ। 500 ਰੁਪਏ ਦੀ ਬੋਟਲ ਹਿਮਾਚਲ ਦੇ ਜਿਹੜੇ ਝਰਨੇ ਹੈ ਹਾਂਜੀ ਹਾਂਜੀ ਉਹਨਾਂ ਦਾ ਪਾਣੀ ਵਿਕਣਾ ਸ਼ੁਰੂ ਹੋ ਗਿਆ। ਹਾਂਜੀ ਟੱਚ ਥੈਰੇਪੀ ਦਾ ਮਤਲਬ ਇਹ ਹੈ ਕਿ ਅਸੀਂ ਪ੍ਰਕਿਰਤੀ ਦੇ ਨਾਲ ਦੁਨੀਆ ਨੂੰ ਕਿੱਦਾਂ ਜੋੜੀਏ ਬਿਲਕੁਲ। ਔਰ ਪ੍ਰਕਿਰਤੀ ਦੇ ਨਾਲ ਜੁੜ ਕੇ ਹੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਠੀਕ ਕਰ ਸਕਦੇ ਹੋ। ਹਾਂਜੀ ਹਾਂਜੀ ਦਰਅਸਲ ਪੰਜ ਤੱਤਵਾਂ ਦੇ ਨਾਲ ਬਣੀ ਹੋਈ ਹੈ ਸਾਰੀ ਸ੍ਰਿਸ਼ਟੀ ਹੈਗੀ, ਪ੍ਰਕਿਰਤੀ ਹੈਗੀ, ਜਿਹਦੇ ਵਿੱਚ ਆਪਾਂ ਵਾਸ ਕਰ ਰਹੇ ਹਾਂ। ਬਿਲਕੁਲ। ਔਰ ਪੰਜ ਤੱਤਵਾਂ ਨਾਲ ਹੀ ਬਣਾ ਸਾਡਾ ਸਰੀਰ ਹੈਗਾ। ਹਾਂਜੀ, ਜਦੋਂ ਵੀ ਕੋਈ ਸਾਡੇ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਜਾਂ ਕੋਈ ਬਿਮਾਰੀ ਲੱਗਦੀ ਹੈ ਜਾਂ ਸਾਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈ, ਹਾਂਜੀ ਹਾਂਜੀ ਤਾਂ ਅਸੀਂ ਪ੍ਰਕਿਰਤੀ ਦੇ ਨਾਲ ਜੁੜ ਕੇ ਉਹਦੇ ਨਾਲ ਏਕਾਕਾਰ ਹੋ ਕੇ, ਵਨਨੈਸ ਹੋ ਕੇ ਅਸੀਂ ਉਸ ਚੀਜ਼ ਦੀ ਪੂਰਤੀ ਖੁਦ ਹੀ ਕਰ ਸਕਦੇ ਹਾਂ। ਕਿਸੇ ਡਾਕਟਰ ਦੀ ਜ਼ਰੂਰਤ ਨਹੀਂ, ਕਿਸੇ ਮੈਡੀਸਨ ਦੀ ਜ਼ਰੂਰਤ ਨਹੀਂ, ਕੋਈ ਮੈਡੀਟੇਸ਼ਨ ਵਗੈਰਾ ਬਹੁਤ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ। ਸਿਰਫ ਜੁੜਨਾ ਹੈ। ਯੋਗ ਦਾ ਤੁਹਾਨੂੰ ਮਤਲਬ ਪਤਾ ਹੀ ਹੋਣਾ ਹਰਭਜਨ ਜੀ। ਯੋਗ ਦਾ ਮਤਲਬ ਹੁੰਦਾ ਜੁੜਨਾ, ਆਪਣੀ ਇੰਟਰਨਲ ਬੋਡੀ ਦੇ ਨਾਲ ਜੁੜਨ ਨੂੰ ਹੀ ਯੋਗ ਕਹਿੰਦੇ ਆ। ਇਸੇ ਕਰਕੇ ਇੰਟਰਨਲ ਜਿੰਨਾ ਵੀ ਪਾਰਟਸ ਸਾਡੇ ਕੋਈ ਖਰਾਬ ਹੋ ਜਾਂਦੇ ਆ, ਅਸੀਂ ਪ੍ਰਕਿਰਤੀ ਦੇ ਨਾਲ ਜੁੜ ਕੇ ਔਰ ਪੇੜ ਨੂੰ ਟੱਚ ਕਰਕੇ ਉਹਦੇ ਨਾਲ ਏਕਾਕਾਰ ਹੋ ਕੇ ਉਹਦੇ ਥੱਲੇ ਬੈਠ ਕੇ ਬਿਲਕੁਲ ਆਪਣੇ ਆਪ ਨੂੰ ਰਿਪੇਅਰ ਔਰ ਪ੍ਰਿਪੇਅਰ ਕਰ ਸਕਦੇ ਹਾਂ। ਤੇ ਇਹ ਜਿਹੜੇ ਜੋ ਸਾਡੇ ਸਫ਼ਰ ਮੇਰੀ ਜ਼ਿੰਦਗੀ ਦਾ ਪ੍ਰੋਗਰਾਮ ਦੇਖ ਰਹੇ ਦਰਸ਼ਕ ਨੇ, ਮੈਂ ਚਾਹੁੰਦਾ ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਨਹੀਂ ਕਾਫੀ ਇਹ ਗਿਆਨ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਉਹ ਬਿਮਾਰੀਆਂ ਤੋਂ ਬਚ ਸਕਣ। ਉਹ ਕੀ ਪਰਹੇਜ਼ ਕਰਨ, ਕਿਹੜੀਆਂ ਚੀਜ਼ਾਂ ਦੀਆਂ ਸਾਵਧਾਨੀਆਂ ਕਰਨ ਤਾਂ ਕਿ ਜਿਹੜੇ ਉਹਨਾਂ ਨੂੰ ਮਤਲਬ ਰੋਗ ਲੱਗੇ ਹੀ ਨਾ, ਬਿਮਾਰੀਆਂ ਲੱਗਣ ਹੀ ਨਾ, ਤਾਂ ਕਿ ਉਹਨਾਂ ਨੂੰ ਡਾਕਟਰਾਂ ਕੋਲ ਜਾ ਕੇ ਮਹਿੰਗੇ ਮਹਿੰਗੇ ਇਲਾਜ ਨਾ ਕਰਾਉਣੇ ਪੈਣ। ਹਰਭਜਨ ਜੀ, ਇਹ ਬਹੁਤ ਅੱਛਾ ਪ੍ਰਸ਼ਨ ਹੈਗਾ ਤੁਹਾਡਾ ਔਰ ਇਹ ਲੋਕ ਹਿੱਤ ਵਾਸਤੇ ਆ। ਜਿੰਨੇ ਵੀ ਸਾਡੇ ਦਰਸ਼ਕ ਹੈਗੇ ਆ, ਹੋਰ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਵਾਸਤੇ। ਬਿਲਕੁਲ ਜੀ। ਇਹਦਾ ਇੱਕ ਬਹੁਤ ਹੀ ਅੱਛਾ ਜਵਾਬ ਹੈ ਔਰ ਤੁਹਾਨੂੰ ਬੜਾ ਅਚੰਭਿਤ ਜਿਹਾ ਮਹਿਸੂਸ ਹੋਊਗਾ। ਹਾਂਜੀ। ਕੁਛ ਨਾ ਕਰੋ। ਅੱਛਾ ਜੀ। ਕੁਛ ਨਾ ਕਰੋ। ਅੱਛਾ ਜੀ। ਸਾਰੀ ਜ਼ਿੰਦਗੀ ਅਸੀਂ ਕਰ ਕਰਕੇ ਮਰ ਜਾਂਦੇ ਹਾਂ। ਹਾਂਜੀ ਹਾਂਜੀ ਬਿਲਕੁਲ। ਕਦੀ ਇਹ ਕਰ ਰਹੇ ਹਾਂ, ਕਦੀ ਉਹ ਕਰ ਰਹੇ ਹਾਂ, ਕਦੀ ਇਹ ਕਰ ਰਹੇ ਹਾਂ, ਕਦੀ ਇਹ ਵਾਲਾ ਪ੍ਰੋਜੈਕਟ, ਕਦੀ ਇਹ ਵਾਲਾ ਸਿਸਟਮ, ਕਦੀ ਇਹ ਵਾਲੀ ਪ੍ਰੀਪੇਅਰਿੰਗ। ਹਾਂਜੀ ਹਾਂਜੀ ਹਾਂਜੀ। ਇੰਨੀ ਜ਼ਿਆਦਾ ਸਟ੍ਰੈਸ
ਇੰਨੀ ਜ਼ਿਆਦਾ ਮਿਹਨਤ, ਬਿਲਕੁਲ ਇੰਨੀਆਂ ਜ਼ਿਆਦਾ ਆਪਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਜੁਝਿਆ ਹੋਇਆ ਉਸ ਕੰਮਾਂ ਦੇ ਵਿੱਚ। ਬਿਲਕੁਲ ਸਾਡਾ ਇੱਕੋ ਹੀ ਜਵਾਬ ਹੈ, ਕੁਛ ਨਾ ਕਰੋ। ਅੱਛਾ। ਇੱਕ ਹਫਤਾ ਰਿਲੈਕਸ, ਆਪਣਾ ਫੋਨ ਬੰਦ ਕਰੋ, ਅੱਛਾ ਜੀ, ਆਪਣੇ ਆਪ ਨੂੰ ਰਿਲੈਕਸ ਕਰੋ। ਜਦ ਤਾਈਂ ਤੁਹਾਡਾ ਸਟ੍ਰੈਸ ਹੈਗੀ, ਜਦ ਤਾਈਂ ਤੁਸੀਂ ਰਿਲੈਕਸ ਨਹੀਂ ਹੈਗੇ ਹੋ, ਤੁਹਾਨੂੰ ਬਿਮਾਰੀਆਂ ਲੱਗੂਗੀਆਂ ਹੀ ਲੱਗੂਗੀਆਂ। ਔਰ ਉਸ ਰਿਲੈਕਸ ਵਾਸਤੇ ਸ਼ੁਰੂ ਤੋਂ ਹੀ ਤੁਸੀਂ ਜਾਣਦੇ ਹੋ ਕਿ ਰਿਲੈਕਸ ਵਾਸਤੇ ਸਭ ਤੋਂ ਅੱਛੀ ਜਗ੍ਹਾ ਕਿਹੜੀ ਹੈ? ਪ੍ਰਕਿਰਤੀ, ਗਾਰਡਨ, ਹਾਂਜੀ ਹਾਂਜੀ, ਹਿਮਾਲਯਸ, ਨਦੀਆਂ, ਤਲਾਬ, ਬਿਲਕੁਲ। ਝਰਨੇ। ਇੱਕ ਥੋੜਾ ਜਿਹਾ ਟਾਈਮ ਆਪਣੇ ਆਪ ਨੂੰ ਦੇਣ ਦੀ ਜ਼ਰੂਰ ਕੋਸ਼ਿਸ਼ ਕਰੋ। ਅਸੀਂ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਨੂੰ, ਆਪਣੇ ਸਾਰੇ ਕੰਮਾਂ ਨੂੰ ਦਿੰਨੇ ਆ, ਮਗਰ ਅਸੀਂ ਕਦੀ ਵੀ ਆਪਣੇ ਆਪ ਨੂੰ ਟਾਈਮ ਨਹੀਂ ਦਿੰਨੇ ਤਾਂ ਕਿ ਤੁਸੀਂ ਰਿਲੈਕਸ ਹੋ। ਤੁਸੀਂ ਦੇਖੋ ਭਗਵਾਨ ਨੇ ਰਾਤ ਕਾਹਨੂੰ ਬਣਾਈ ਹੈ? ਬਿਲਕੁਲ ਰਿਲੈਕਸ ਕਰਨ ਵਾਸਤੇ। ਹਾਂਜੀ ਹਾਂਜੀ, ਅਗਰ ਤੁਸੀਂ ਰਾਤ ਨੂੰ ਵੀ ਨਹੀਂ ਸੋਵੋਗੇ ਤਾਂ ਤੁਹਾਡੀ ਬੋਡੀ ਖਰਾਬ ਹੋ ਜਾਣੀ ਹੈ। ਹਰੇਕ ਚੀਜ਼ ਦੀ ਇੱਕ ਵਿਧੀ, ਇੱਕ ਸੰਯਮ ਔਰ ਇੱਕ ਨਿਯਮ ਬਣਾਇਆ ਗਿਆ ਹੈਗਾ। ਅਗਰ ਤੁਸੀਂ ਉਹਦੇ ਮੁਤਾਬਿਕ ਚੱਲਦੇ ਹੋ ਫਿਰ ਤੁਸੀਂ ਸਵਸਥ ਰਹੋਗੇ, ਤੁਹਾਨੂੰ ਕਦੀ ਬਿਮਾਰੀ ਨਹੀਂ ਹੋ ਸਕਦੀ। ਰਿਲੈਕਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕੁਝ ਨਹੀਂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਰ ਕਰਕੇ ਅਸੀਂ ਆਪਣੇ ਆਪ ਨੂੰ ਬਿਲਕੁਲ ਖਰਾਬ ਕਰ ਰਹੇ ਹਾਂ। ਕੁਝ ਨਾ ਕਰੋ। ਤੇ ਮੈਨੂੰ ਲੱਗਦਾ ਕਿ ਟੈਨਸ਼ਨਾਂ ਜਿਹੜੀਆਂ ਅੱਜ ਕੱਲ੍ਹ ਵਧੀਆਂ ਇਸੇ ਕਰਕੇ ਵਧੀਆ। ਹਰ ਬੰਦਾ ਕਹਿੰਦਾ ਕਿ ਯਾਰ ਟੈਨਸ਼ਨ 'ਚ ਮੈਂ ਬਹੁਤ ਪਰੇਸ਼ਾਨ ਹਾਂ, ਮੇਰੇ ਕੋਲ ਟਾਈਮ ਹੈ ਨਹੀਂ। ਪਹਿਲੀ ਗੱਲ ਤਾਂ ਹਰ ਕੋਈ ਬੰਦਾ ਕਹਿੰਦਾ ਕਿ ਮੇਰੇ ਕੋਲ ਟਾਈਮ ਹੀ ਹੈ ਨਹੀਂ। ਉਹ ਆਪਣੇ ਵਾਸਤੇ ਤਾਂ ਟਾਈਮ ਕੱਢਦਾ, ਮੈਂ ਵੀ ਨਹੀਂ ਕੱਢਦਾ, ਮੈਂ ਐਵੇਂ ਝੂਠ ਬੋਲਾਂ ਕਿ ਮੈਂ ਬੜਾ ਆਪਣੇ ਵਾਲੇ ਕਰਦਾ। ਪਰ ਅੱਜ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਲੱਗਾ ਕਿ ਸਭ ਤੋਂ ਪਹਿਲਾਂ ਆਪਣੀ ਸਿਹਤ ਨੂੰ ਪਿਆਰ ਕਰੋ, ਹੈ ਨਾ ਜੀ। ਟੈਨਸ਼ਨਾਂ ਜਿੰਨੀਆਂ ਵੀ ਹੋ ਸਕਦੀਆਂ ਉਹਨੂੰ ਘੱਟ ਕਰੋ। ਟੈਨਸ਼ਨ ਤੇ ਇਹਦਾ ਸਭ ਤੋਂ ਸੌਖਾ ਇਲਾਜ ਕਿਹੜਾ? ਸੌਖਾ ਇਲਾਜ ਕਿ ਟੈਨਸ਼ਨ ਨਾ ਹੋਣੇ ਦਾ ਸੌਖਾ ਇਲਾਜ ਕੋਈ? ਹਰਭਜਨ ਜੀ, ਟੈਨਸ਼ਨਾਂ ਤੁਹਾਨੂੰ ਕਦੀ ਖਤਮ ਨਹੀਂ ਹੋਗੀਆਂ। ਇਹ ਜ਼ਿੰਦਗੀ ਦੀ ਯਾਤਰਾ। ਮੈਨੂੰ ਕਈ ਮਿੱਤਰ ਮਿਲਦੇ ਆ, ਮੇਰੇ ਕਾਫੀ ਕਰੀਬ ਹੈਗੇ। ਉਹ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਓ ਥੋੜ੍ਹੇ ਦਿਨਾਂ ਵਾਸਤੇ ਮੈਡੀਟੇਸ਼ਨ ਆਸ਼ਰਮ 'ਚ ਆਓ, ਆਪਾਂ ਰਿਸ਼ੀਕੇਸ਼ ਚੱਲਦੇ ਹਾਂ, ਹਰਿਦੁਆਰ ਚੱਲਦੇ ਹਾਂ, ਰਿਲੈਕਸ ਕਰਾਂਗੇ ਇੱਕ ਹਫ਼ਤੇ ਵਾਸਤੇ। ਉਹ ਕਹਿੰਦੇ ਨਹੀਂ ਜੀ, ਸਾਨੂੰ ਕੰਮ ਬਹੁਤ ਹੈ, ਸਾਡੀ ਕੰਪਨੀਜ਼ ਦਾ ਕੰਮ ਹੈ, ਸਾਡਾ ਸਿਸਟਮ ਦਾ ਕੰਮ ਹੈ, ਇਹ ਆ ਉਹ ਆ। ਸ਼ੂਗਰ ਹੋਣ ਤੋਂ ਪਹਿਲਾਂ ਹੀ ਅਗਰ ਤੁਸੀਂ 1 ਘੰਟਾ ਸੈਰ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਕਦੀ ਸ਼ੂਗਰ ਹੋਊਗੀ ਨਹੀਂ। ਬਿਲਕੁਲ। ਸ਼ੂਗਰ ਹੋਣ ਦੇ ਬਾਅਦ ਤਾਂ ਤੁਹਾਨੂੰ ਮਜਬੂਰੀ 1 ਘੰਟਾ ਸੈਰ ਕਰਨੀ ਪੈਣੀ ਹੈ ਹਰਭਜਨ ਜੀ। ਫਿਰ ਕਰਨ ਵੀ ਲੱਗ ਪੈਨੇ, ਕਰਨੀ ਹੀ ਪੈਣੀ ਆ। ਨਹੀਂ ਕਰੋਗੇ ਤਾਂ ਤੁਸੀਂ ਹੋਰ ਜ਼ਿਆਦਾ ਬਿਮਾਰ ਹੋਵੋਗੇ। ਹਾਂਜੀ ਬਿਲਕੁਲ। ਤਾਂ ਸੂਤਰ ਤਾਂ ਬੜਾ ਅੱਛਾ ਹੈਗਾ ਕਿ ਬਿਮਾਰ ਹੋਣ ਤੋਂ ਪਹਿਲਾਂ ਹੀ ਅਸੀਂ ਕਿਉਂ ਨਾ 1 ਘੰਟਾ ਆਪਾਂ ਨੂੰ ਦੇਣ ਦੀ ਕੋਸ਼ਿਸ਼ ਕਰੀਏ ਕਿ ਆਪਣੇ ਆਪ ਨੂੰ ਦਈਏ, ਰਿਲੈਕਸ ਰਹੀਏ, ਕੁਛ ਨਾ ਕਰੋ। ਦਿਮਾਗ ਦੇ ਵਿੱਚ ਕਈ ਚੀਜ਼ਾਂ ਘੁੰਮਦੀਆਂ ਰਹਿੰਦੀਆਂ। ਅਗਰ ਤੁਸੀਂ ਕਿਤੇ ਬੈਠਦੇ ਹੋ ਵੀ ਰਿਲੈਕਸ ਹੋਣ ਵਾਸਤੇ, ਉਸ ਟਾਈਮ ਵੀ ਤੁਹਾਡੇ ਦਿਮਾਗ 'ਚ ਬਹੁਤ ਕੁਝ ਘੁੰਮੀ ਜਾਣਾ ਹੈ। ਮਗਰ ਕੋਈ ਗੱਲ ਨਹੀਂ, ਜੋ ਹੁੰਦਾ ਉਹਨੂੰ ਹੋਣ ਦਿਓ, ਬੈਠੋ, ਬਸ ਬੈਠਣ ਦੀ ਕੋਸ਼ਿਸ਼ ਕਰੋ, ਕੁਛ ਨਾ ਕਰੋ। ਇੱਕੋ ਹੀ ਮੰਤਰ ਹੈ, ਕੁਛ ਨਾ ਕਰੋ। ਤੇ ਸਮਝ ਹੁਣ ਤੁਹਾਡੇ ਨਾਲ ਗੱਲਾਂ ਕਰਕੇ ਬੜਾ ਅੱਛਾ ਲੱਗਾ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਮੈਨੂੰ ਲੱਗਦਾ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਵੀ ਬੜਾ ਕੁਝ ਸਿੱਖਿਆ ਹੋਊਗਾ। ਤੇ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਲਈਏ, ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਜਿਹੜੇ ਨਿਊ ਪ੍ਰੋਜੈਕਟ ਨੇ ਹੁਣ, ਨੈਕਸਟ ਪ੍ਰੋਜੈਕਟ ਤੁਹਾਡੇ ਜਿਹੜੇ ਉਹ ਕਿਹੜੇ ਨੇ ਜਿਹੜੇ ਚੱਲ ਰਹੇ ਨੇ ਜੀ? ਹਰਭਜਨ ਜੀ, ਅੱਗੇ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਬਹੁਤ ਹੀ ਅੱਛਾ ਕਦਮ ਚੁੱਕਣ ਜਾ ਰਹੇ ਹੈਗੇ ਆ, ਸਾਰਿਆਂ ਦੀ ਸਹਿਯੋਗ ਦੇ ਨਾਲ। ਔਰ ਬਹੁਤ ਅੱਛੀ ਟੀਮ ਹੈਗੀ ਹੈ ਜੋ ਪ੍ਰੇ ਫॉर ਨੇਚਰ ਦੀ ਜੋ ਵਰਕ ਕਰਨ ਲੱਗੀ ਹੈਗੀ ਔਰ ਕਰ ਵੀ ਰਹੀ ਹੈ। ਅਸੀਂ ਇੱਕ ਇੱਦਾਂ ਦੀ ਸਿਟੀ ਬਣਾਉਣ ਨੂੰ ਤਿਆਰੀ ਕਰ ਰਹੇ ਹਾਂ ਜਿਹਦਾ ਨਾਮ ਹੋਊਗਾ ਬਰੀਥ ਸਿਟੀ, ਇੰਡੀਆ ਬਰੀਥ ਸਿਟੀ, ਜਿਹਦੇ ਵਿੱਚ ਕੇਵਲ ਸਾਹ ਲੈਣ ਦੇ ਨਾਲ ਹੀ ਬੰਦੇ ਦੀਆਂ ਅੱਧੇ ਤੋਂ ਜ਼ਿਆਦਾ ਬਿਮਾਰੀਆਂ ਠੀਕ ਹੋ ਜਾਣੀਆਂ। ਕਿਉਂਕਿ ਉੱਥੇ ਇੱਦਾਂ ਦੇ ਪਲਾਂਟਸ, ਉੱਦਾਂ ਦੇ ਪੇੜ, ਉੱਦਾਂ ਦੀ ਐਨਰਜੀ ਔਰ ਉੱਦਾਂ ਦਾ ਵਾਤਾਵਰਨ ਹੋਊਗਾ ਜਿੱਥੇ ਕਿ ਤੁਸੀਂ ਐਂਟਰ ਕਰਦੇ ਹੀ ਉੱਥੇ ਤੁਹਾਨੂੰ ਕਿਸੇ ਵੀ ਚੀਜ਼ ਦੀ ਬਿਮਾਰੀ ਔਰ ਕਿਸੇ ਵੀ ਚੀਜ਼ ਦਾ ਦੁੱਖ ਤੁਹਾਨੂੰ ਮਹਿਸੂਸ ਹੀ ਨਾ ਹੋਵੇ। ਔਰ ਤੁਹਾਡੇ ਸਾਹਾਂ ਦੇ ਰਾਹੀਂ, ਸਭ ਤੋਂ ਜ਼ਿਆਦਾ ਤਾਂ ਸਾਹ ਤੁਹਾਡੇ ਸ਼ੁੱਧ ਹੋਣੇ ਚਾਹੀਦੇ। ਜਦੋਂ ਹਵਾ ਸ਼ੁੱਧ ਹੋਊਗੀ ਤਾਂ ਸਭ ਕੁਝ ਸ਼ੁੱਧ ਹੋ ਜਾਣਾ ਹੈਗਾ। ਜਦੋਂ ਸਾਨੂੰ ਵਾਤਾਵਰਣ ਵਿੱਚ ਹਵਾ ਹੀ ਨਹੀਂ ਸ਼ੁੱਧ ਮਿਲ ਰਹੀ ਹੈਗੀ, ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਤੁਹਾਡੇ ਅੰਦਰ ਕਿੰਨੀਆਂ ਬਿਮਾਰੀਆਂ ਪਲ ਰਹੀਆਂ ਹੈ। ਬਿਲਕੁਲ। ਇਸ ਕਰਕੇ ਇੱਕ ਐਸਾ ਸਿਸਟਮ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਇੰਡੀਆ ਬ੍ਰਿਜ ਸਿਟੀ। ਅੱਛਾ ਜੀ। ਸੋ ਇਹ ਅੱਗੇ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਬਹੁਤ ਹੀ ਅੱਛਾ ਕੰਮ ਕਰੂਗਾ। ਔਰ ਉੱਥੇ ਐਜ਼ ਏ ਟੂਰਿਜ਼ਮ
ਕੋਈ ਉੱਥੇ ਸਿਸਟਮ ਨਹੀਂ ਹੈ ਕਿ ਤੁਸੀਂ ਇਹ ਕਰੋ ਉਹ ਕਰੋ, ਤੁਹਾਨੂੰ ਕੁਝ ਕਰਨ ਦੀ ਆਵਸ਼ਕਤਾ ਨਹੀਂ ਹੈਗੀ ਹੈ। ਤੁਸੀਂ ਬਿਲਕੁਲ ਆਰਾਮ ਦੇ ਨਾਲ, ਰਿਲੈਕਸ ਦੇ ਨਾਲ ਜਿੱਥੇ ਮਰਜ਼ੀ ਬੈਠ ਸਕਦੇ ਹੋ, ਜਿੱਥੇ ਮਰਜ਼ੀ ਲੇਟ ਸਕਦੇ ਹੋ। ਉੱਥੇ ਘੜੇ ਪਏ ਆ ਪਾਣੀ ਦੇ, ਉੱਥੇ ਨੈਚੁਰਲ, ਉੱਥੇ ਮਿੱਟੀ ਦੇ ਬਰਤਨ ਤੁਹਾਨੂੰ ਮਿਲੂਗੇ ਖਾਣ ਵਾਸਤੇ। ਫੋਨ ਤੁਹਾਡਾ ਬੰਦ ਰਹੂਗਾ, ਕੋਈ ਵੀ ਕਿਸੇ ਦੇ ਨਾਲ ਤੁਹਾਡਾ ਲਿੰਕ ਨਹੀਂ ਰਹੂਗਾ। 1 ਹਫ਼ਤਾ 2 ਹਫ਼ਤਾ 4 ਹਫ਼ਤਾ ਜਦੋਂ ਤੁਸੀਂ ਇਸ ਦੁਨੀਆ 'ਚ ਆਏ ਸੀ ਇਕੱਲੇ ਸੀਗੇ, ਉਹਦੇ ਬਾਅਦ ਵੀ ਇਕੱਲੇ ਰਹੇ ਹੋ ਔਰ ਕਾਫੀ ਟਾਈਮ ਜੋੜਦੇ ਤਾਂ ਅਸੀਂ ਬਿਲਕੁਲ ਸਾਰਿਆਂ ਨਾਲ ਰਹੇ ਹਾਂ। ਕੁਛ ਦੇਰ ਆਪਣੇ ਨਾਲ ਵੀ ਰਹਿਣ ਦੀ ਕੋਸ਼ਿਸ਼ ਕਰੋ ਕਿ ਮੈਂ ਕੌਣ ਆ, ਹਰਭਜਨ ਹਰੀ ਕੌਣ ਹੈਗੇ ਆ, ਕੁਛ ਜਾਣਨ ਦੀ ਕੋਸ਼ਿਸ਼ ਤਾਂ ਕਰੀਏ। ਸਾਰੀ ਜ਼ਿੰਦਗੀ ਅਸੀਂ ਘੁੰਮਦੇ ਨੇ, ਲੋਕਾਂ ਵਾਸਤੇ ਕਰਦੇ ਰਹੇ ਹਾਂ, ਸਾਰਾ ਕੁਝ ਕਰਦੇ ਰਹੇ ਹਾਂ, ਮਗਰ ਜਦੋਂ ਤੁਸੀਂ ਹੀ ਸਟਰੋਂਗ ਨਹੀਂ ਹੋਵੋਗੇ ਤਾਂ ਅਸੀਂ ਲੋਕਾਂ ਵਾਸਤੇ ਕੀ ਕਰਾਂਗੇ। ਸਵਾਮੀ ਜੀ, ਤੁਸੀਂ ਬੜਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਸਫ਼ਰ ਮੇਰੀ ਜ਼ਿੰਦਗੀ ਦੇ ਵਿੱਚ ਆਏ ਹੋ, ਔਰ ਜਾਂਦੇ ਜਾਂਦੇ ਮੈਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਤੁਸੀਂ ਕੁਝ ਸੁਨੇਹਾ ਦਿਓ ਅੱਛਾ ਜਿਹਾ। ਪਹਿਲਾਂ ਮੈਂ ਤੁਹਾਨੂੰ ਇੱਕ ਛੋਟਾ ਸਵਾਲ ਹੋਰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਆਣ ਕੇ ਕਿੱਦਾਂ ਦਾ ਮਹਿਸੂਸ ਹੈ, ਕਿੱਦਾਂ ਦਾ ਲੱਗਾ ਜੀ? ਮੈਂ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਕਿ ਸਾਰੀ ਟੀਮ ਦਾ, ਔਰ ਹਰਭਜਨ ਜੀ ਤੁਹਾਡਾ ਤਾਂ ਤੁਸੀਂ ਮੇਰੇ ਮਿੱਤਰ ਵੀ ਹੈਗੇ ਹੋ, ਅਸੀਂ ਇਕੱਠੇ ਕੰਮ ਵੀ ਬਹੁਤ ਕੀਤਾ ਹੈਗਾ, ਕਰ ਰਹੇ ਹਾਂ, ਸੋ ਕਰ ਵੀ ਰਹੇ ਹਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀ ਟੀਮ ਇੱਕ ਬਹੁਤ ਅੱਛਾ ਕੰਮ ਕਰ ਰਹੀ ਹੈਗੀ ਹੈ। ਥੈਂਕ ਯੂ। ਜਾਗਰਤੀ ਦੇ ਰਹੀ ਹੈ, ਲੋਕਾਂ ਨੂੰ ਦੱਸ ਰਹੀ ਹੈ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਸ਼ੇਅਰਿੰਗ ਹੁੰਦੀ ਹੈ ਕਈ ਚੀਜ਼ਾਂ। ਅੱਜ ਤੁਹਾਨੂੰ ਇੱਕ ਰਾਜ਼ ਦੀ ਗੱਲ ਹੋਰ ਸੁਣਾਉਣਾ ਚਾਹੁੰਦਾ ਮੈਂ। ਕਈ ਲੋਕ ਆਪਣੀ ਜ਼ਿੰਦਗੀ ਦੀ ਕੁਝ ਗੱਲਾਂ ਬਿਨਾਂ ਦੱਸੇ ਹੀ ਜਦੋਂ ਜੀਣ ਲੱਗ ਜਾਂਦੇ ਆ ਤਾਂ ਉਹ ਇੱਕ ਬਹੁਤ ਵੱਡੀ ਬਿਮਾਰੀ ਦਾ ਕਾਰਨ ਬਣ ਜਾਂਦਾ ਹੈ। ਸ਼ੇਅਰਿੰਗ ਨਹੀਂ ਕਰ ਪਾਉਂਦੇ, ਬਿਲਕੁਲ ਦੱਸ ਨਹੀਂ ਪਾਉਂਦੇ। ਤੁਹਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਮਨ ਕਰਦਾ ਕਿ ਆਪਣੇ ਹੋਰ ਜ਼ਿਆਦਾ ਗੱਲਾਂ ਦੱਸੀਏ, ਹੋਰ ਜ਼ਿਆਦਾ ਆਪਣੇ ਮਨ ਦੀ ਗੱਲ ਕਰੀਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਲੋਕੀ ਜੁੜਨ, ਲੋਕੀ ਪਹਿਚਾਨਣ ਕਿ ਨਹੀਂ ਇਹ ਇੱਦਾਂ ਦੇ ਵਿਅਕਤੀ ਨੇ, ਇਹਨਾਂ ਨਾਲ ਜੁੜਨਾ ਚਾਹੀਦਾ, ਇਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਪਤਾ ਨਹੀਂ ਕਿਸੇ ਨਾਲ ਜੁੜ ਕੇ ਸਾਨੂੰ ਕੀ ਮਿਲ ਜਾਵੇ। ਪਰਮੇਸ਼ਵਰ ਤਾਂ ਹਰ ਇੱਕ ਦੇ ਵਿੱਚ ਵਾਸ ਕਰਦਾ ਹੈ, ਤਾਂ ਹਰੇਕ ਦਾ ਸਨਮਾਨ ਕਰਨਾ, ਹਰੇਕ ਦੇ ਨਾਲ ਜੁੜਨਾ, ਹਰੇਕ ਨੂੰ ਨਮਸਕਾਰ ਕਰਨਾ, ਇਹ ਸਭ ਤੋਂ ਵੱਡੀ ਹੈ। ਤਾਂ ਸਵਾਮੀ ਜੀ, ਮੈਨੂੰ ਲੱਗਦਾ ਕਿ ਇੱਕ ਐਪੀਸੋਡ ਵਿੱਚ ਤੁਹਾਡੇ ਜਿਹੜੇ ਜ਼ਿੰਦਗੀ ਦੇ ਸਫ਼ਰ ਦੀਆਂ ਗੱਲਾਂ ਪੂਰੀ ਨਹੀਂ ਹੋ ਸਕਦੀਆਂ। ਮੈਂ ਚਾਹਾਂਗਾ ਕਿ ਫਿਰ ਨੈਕਸਟ ਐਪੀਸੋਡ ਵਿੱਚ ਤੁਸੀਂ ਸਾਡੇ ਸਟੂਡੀਓ ਵਿੱਚ ਆਓ ਅਤੇ ਜੇ ਉਹ ਗੱਲਾਂ ਰਹਿ ਗਈਆਂ, ਜੋ ਸਾਡੇ ਕੋਲ ਗੱਲਾਂ ਨਹੀਂ ਪੁੱਛ ਹੋਈਆਂ, ਹੋਰ ਗੱਲਾਂ ਤੁਹਾਡੇ ਕੋਲ ਪੁੱਛ ਕੇ ਅਸੀਂ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੱਸਿਆ ਜਾਵੇ, ਉਹ ਇਸ ਤੋਂ ਫਾਇਦਾ ਲੈ ਸਕਣ। ਅਤੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸੁਨੇਹਾ ਸਾਡੇ ਦਰਸ਼ਕਾਂ ਨੂੰ ਦੇ ਦਿਓ ਜੀ। ਮੈਂ ਸਿਰਫ ਸਾਰੇ ਦੇਖਣ ਵਾਲਿਆਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਿਲਕੁਲ ਸ਼ੁੱਧ ਰੱਖੀਏ। ਜਿਹੜੀ ਚੀਜ਼ਾਂ ਸਾਨੂੰ ਫ੍ਰੀ ਦੇ ਵਿੱਚ ਮਿਲ ਰਹੀਆਂ ਨੇ ਉਹਨਾਂ ਦਾ ਧੰਨਵਾਦ ਤਾਂ ਕਰੀਏ। ਸਵੇਰੇ ਉੱਠਦੇ ਆਪਣੇ ਦੋਨੋਂ ਹੱਥ ਇਸ ਧਰਤੀ ਨੂੰ ਲਾ ਕੇ ਧਰਤੀ ਮਾਤਾ ਦਾ ਧੰਨਵਾਦ ਕਰੀਏ, ਕਿਉਂਕਿ ਅਸੀਂ ਸਾਰਾ ਦਿਨ ਉਹਦੇ ਉੱਤੇ ਤੁਰਦੇ ਹਾਂ। ਬਿਲਡਿੰਗਾਂ ਬਣਾਉਂਦੇ ਹਾਂ, ਕਾਰਾਂ ਚਲਾਉਂਦੇ ਹਾਂ, ਇੰਨਾ ਕੁਛ ਕਰਦੇ ਹਾਂ, ਮਗਰ ਉਹ ਫ੍ਰੀ ਦੇ ਵਿੱਚ ਧਰਤੀ ਮਾਤਾ ਸਾਨੂੰ ਮਿਲੀ ਹੋਈ ਹੈ, ਅਸੀਂ ਉਹਨਾਂ ਦੀ ਕਦਰ ਤਾਂ ਕਰਦੇ ਨਹੀਂ। ਧੰਨਵਾਦ ਤਾਂ ਕਰ ਹੀ ਸਕਦੇ ਹਾਂ। ਸਵੇਰੇ ਉੱਠ ਕੇ ਧੰਨਵਾਦ, ਮੱਥਾ ਟੇਕੋ, ਪ੍ਰਣਾਮ ਕਰੋ, ਧੰਨਵਾਦ ਕਰੋ। ਉਹਦੇ ਨਾਲ ਤੁਹਾਨੂੰ ਇੱਕ ਫਾਇਦਾ ਵੀ ਹੈ। ਜਿਸ ਟਾਈਮ ਤੁਸੀਂ ਸਵੇਰੇ ਉੱਠ ਕੇ ਧਰਤੀ ਮਾਤਾ ਨੂੰ ਟੱਚ ਕਰਕੇ 5 ਮਿੰਟ ਜਾਂ 7 ਮਿੰਟ ਏਕਾਕਾਰ ਹੁੰਦੇ ਆ, ਵਨਨੈਸ ਹੁੰਦੇ ਹੋ, ਤਾਂ ਤੁਹਾਨੂੰ ਕਦੀ ਵੀ ਚਰਮ ਰੋਗ ਨਹੀਂ ਹੋਊਗਾ। ਦੂਜਾ, ਇਹ ਦੇਖੋ ਕਿੰਨੀ ਪਿਆਰੀ ਹਵਾ ਚੱਲ ਰਹੀ ਹੈ। ਇਹ ਹਵਾ ਨੂੰ ਇੱਦਾਂ ਦੋਨੋਂ ਹੱਥ ਆਪਣੇ ਫੈਲਾ ਕੇ ਉਹਦਾ ਧੰਨਵਾਦ ਕਰੋ ਕਿ ਇੰਨੀ ਪਿਆਰੀ ਹਵਾ ਚੱਲ ਰਹੀ ਹੈਗੀ ਹੈ, ਔਰ ਇਹ ਬਿਲਕੁਲ ਮੁਫਤ ਹੈ ਜਾਂ ਬਿਲਕੁਲ ਫ੍ਰੀ ਮਿਲ ਰਹੀ ਹੈ। ਅਗਰ ਅਸੀਂ ਪੰਜ ਤੱਤਵਾਂ ਦਾ, ਇਸ ਪ੍ਰਕਿਰਤੀ ਦੀ ਕਦਰ ਨਹੀਂ ਕੀਤੀ ਤਾਂ ਆਉਣ ਵਾਲੇ ਟਾਈਮ 'ਤੇ ਇਸ ਹਵਾ 'ਤੇ ਵੀ ਟੈਕਸ ਲੱਗ ਜਾਣਾ। ਧਰਤੀ 'ਤੇ ਤਾਂ ਲੱਗਿਆ ਹੀ ਹੋਇਆ ਹੈਗਾ ਕਿ ਅਸੀਂ ਟੈਕਸ ਪੇ ਕਰਦੇ ਹੈਗੇ ਹਾਂ, ਹਵਾ 'ਤੇ ਵੀ, ਸੂਰਜ ਦੀ ਕਿਰਨਾਂ 'ਤੇ ਵੀ, ਸਾਰੀਆਂ ਚੀਜ਼ਾਂ 'ਤੇ ਟੈਕਸ ਲੱਗ ਜਾਣਾ। ਇਸੇ ਕਰਕੇ ਇਸ ਪਰਿਆਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰੋ, ਇਹਦੇ ਨਾਲ ਜੁੜੋ। ਇਹ ਪ੍ਰਕਿਰਤੀ ਹੈਗੀ ਆ ਤਾਂ ਅਸੀਂ ਹੈਗੇ ਹਾਂ। ਅਗਰ ਇਹ ਪ੍ਰਕਿਰਤੀ ਨਹੀਂ ਰਹੀ ਫਿਰ ਇੱਕ ਦਿਨ ਅਸੀਂ ਵੀ ਖਤਮ ਹੋ ਜਾਵਾਂਗੇ। ਇਹੀ ਕਹਿਣਾ ਚਾਹਾਂਗਾ। ਥੈਂਕ ਯੂ। ਤੋ ਦਰਸ਼ਕੋ, ਇਹ ਸਨ ਸਵਾਮੀ ਸ਼ਿਵਮ ਹੰਸੀ, ਜਿਨ੍ਹਾਂ ਦੇ ਨਾਲ ਆਪਾਂ ਇਹਨਾਂ ਦੇ ਜ਼ਿੰਦਗੀ ਦੇ ਸਫ਼ਰ ਦੀਆਂ ਗੱਲਾਂ, ਬਹੁਤ ਸਾਰੀਆਂ ਮਿਊਜ਼ਿਕ ਦੇ ਸਫ਼ਰ ਦੀਆਂ ਗੱਲਾਂ, ਨੇਚਰ ਦੀਆਂ ਗੱਲਾਂ, ਪ੍ਰਕਿਰਤੀ ਦੀਆਂ ਗੱਲਾਂ ਕੀਤੀਆਂ। ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਫਿਰ ਨੈਕਸਟ ਐਪੀਸੋਡ ਵਿੱਚ ਫਿਰ ਇਸੇ ਤਰ੍ਹਾਂ ਕਿਸੇ ਹੋਰ ਸੈਲੀਬ੍ਰਿਟੀ ਲੈ ਕੇ ਆਪ ਸਭ ਦੇ ਰੂਬਰੂ ਹੋਵਾਂਗੇ। ਤਦ ਤੱਕ ਦੇਖਦੇ ਰਹੋ ਪ੍ਰੋਗਰਾਮ ਸਫ਼ਰ ਮੇਰੀ ਜ਼ਿੰਦਗੀ ਦਾ।
ਸਫ਼ਰ ਮੇਰੀ ਜ਼ਿੰਦਗੀ ਦਾ, ਸਫ਼ਰ ਮੇਰੀ ਜ਼ਿੰਦਗੀ ਦਾ।